ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਸਤਿ ਸ਼੍ਰੀ ਅਕਾਲ ਜੀ। ਦੈਨਿਕ ਸਵੇਰਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਵੇਲੇ ਅਸੀਂ ਮੌਜੂਦ ਹਾਂ ਜਲੰਧਰ ਦੇ ਅਰਮਾਨ ਹਸਪੀਟਲ ਦੇ ਵਿੱਚ, ਜਿੱਥੇ ਸਾਡੇ ਨਾਲ ਮੌਜੂਦ ਨੇ ਡਾਕਟਰ RPS ਛਾਬੜਾ ਜੀ, ਜੋ ਕਿ ਨਿਊਰੋ ਸਰਜਨ ਨੇ। ਤੇ ਕੋਵਿਡ-19 ਦੇ ਆਉਣ ਨਾਲ, ਕਰੋਨਾ ਵਾਇਰਸ ਦੇ ਆਉਣ ਨਾਲ, ਕਰਫਿਊ ਲੱਗਣ ਦੇ ਨਾਲ ਕਿਸ ਤਰੀਕੇ ਦੇ ਨਾਲ ਹਸਪੀਟਲਸ, ਪ੍ਰਾਈਵੇਟ ਸੈਕਟਰ, ਪ੍ਰਾਈਵੇਟ ਹੈਲਥ ਸੈਕਟਰ ਤੇ ਪੇਸ਼ੈਂਟਸ ਜਿਹੜੇ ਰੈਗੂਲਰ OPD ਲਈ ਆਉਂਦੇ ਸੀਗੇ, ਜਿਨ੍ਹਾਂ ਨੂੰ ਰੈਗੂਲਰ ਚੈੱਕਅਪ ਚਾਹੀਦਾ ਹੈ ਨਿਊਰੋ ਦੇ ਰਿਲੇਟਡ, ਉਹ ਕਿਸ ਤਰ੍ਹਾਂ ਇਫੈਕਟਡ ਹੋਏ ਨੇ, ਇਸ ਬਾਰੇ ਸਾਨੂੰ ਜਾਣਕਾਰੀ ਦੇਣਗੇ ਡਾਕਟਰ RPS ਛਾਬੜਾ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਮੈਂ ਤੁਹਾਨੂੰ ਸੇਫ ਰਹਿਣ ਦਾ ਮੈਂ ਹੋਪ ਕਰਦਾ ਹਾਂ ਕਿ ਤੁਸੀਂ ਸਾਰੇ ਸੇਫ ਰਹੋ ਅਤੇ ਆਪਾਂ ਇੱਕ ਸੇਫ ਇਨਵਾਇਰਮੈਂਟ 'ਚ ਆਪਣੀ ਜ਼ਿੰਦਗੀ ਬਤੀਤ ਕਰੀਏ। ਥੈਂਕ ਯੂ। ਅਤੇ ਸਰ, ਰੈਗੂਲਰ OPD ਦੇ ਵਿੱਚ ਜਿਹੜੇ ਨਿਊਰੋ ਦੇ OPD ਕਰਦੇ ਸੀਗੇ, ਜਾਂ ਰੈਗੂਲਰ ਚੈੱਕਅਪ ਲਈ ਲੋਕਾਂ ਨੂੰ ਆਉਣਾ ਪੈਂਦਾ ਹੈ, ਕੁਛ ਬ੍ਰੇਨ ਟਿਊਮਰਸ ਦੇ ਪੇਸ਼ੈਂਟਸ ਹੁੰਦੇ ਨੇ ਜਾਂ ਕੁਛ ਵੀ ਇਸ ਦੇ ਰਿਲੇਟਡ, ਉਹਦੇ ਵਿੱਚ ਪਹਿਲਾਂ ਨਾਲੋਂ ਹੁਣ ਕੀ ਚੇਂਜਸ ਆਈਆਂ ਨੇ ਕਰਫਿਊ ਦੇ ਦੌਰਾਨ? ਦੇਖੋ, ਇਸ ਤਰ੍ਹਾਂ ਹੈ, ਹੁਣ ਉਹੀ ਪੇਸ਼ੈਂਟ OPD 'ਚ ਆ ਰਹੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਪ੍ਰੋਬਲਮ ਜ਼ਿਆਦਾ ਹੈ ਜਾਂ ਉਹਨਾਂ ਨੂੰ ਕਾਫੀ ਜ਼ਿਆਦਾ ਤਕਲੀਫ ਹੈ, ਤਾਂ ਉਹੀ ਪੇਸ਼ੈਂਟ ਅਸੀਂ ਵੀ ਉਹਨਾਂ ਨੂੰ ਹੀ ਇਨਕਰੇਜ ਕਰ ਰਹੇ ਹਾਂ ਕਿ ਤੁਸੀਂ ਹਸਪੀਟਲ ਆਓ। ਸਾਡੇ ਵੱਲੋਂ ਇਹ ਹਦਾਇਤ ਹੁੰਦੀ ਹੈ ਪੇਸ਼ੈਂਟ ਨੂੰ ਕਿ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਪ੍ਰੋਬਲਮ ਜ਼ਿਆਦਾ ਨਹੀਂ ਹੈ ਜਾਂ ਤੁਸੀਂ ਆਸ-ਪਾਸ ਕਿਸੇ ਡਾਕਟਰ ਨੂੰ ਦਿਖਾ ਸਕਦੇ ਹੋ, ਜਿਹਦੇ ਨਾਲ ਤੁਸੀਂ ਆਪਣਾ ਡਿਸਟੈਂਸ ਜਾਂ ਆਉਣ ਦਾ ਅਵੋਇਡ ਕਰ ਸਕਦੇ ਹੋ, ਤਾਂ ਅਵੋਇਡ ਹੀ ਕਰਨ। ਈਵਨ ਹਸਪੀਟਲਸ ਵੀ ਨਹੀਂ ਚਾਹੁੰਦੇ ਕਿ ਹਸਪੀਟਲ ਵਿੱਚ ਕਰਾਊਡਿੰਗ ਹੋਵੇ, ਤਾਂ ਕਿ ਹਸਪੀਟਲ ਇੱਕ ਹੌਟਸਪੌਟ ਬਣੇ। ਔਰ ਪੇਸ਼ੈਂਟ ਵਾਸਤੇ ਵੀ ਬੈਨੀਫੀਸ਼ੀਅਲ ਇਹੀ ਹੁੰਦਾ ਕਿ ਅਗਰ ਉਹ ਅਵੋਇਡ ਕਰ ਸਕਦਾ ਹੈ ਤਾਂ ਅਵੋਇਡ ਕਰੇ। ਇਸ ਵੇਲੇ ਉਹੀ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਨੂੰ ਆਪਣੀ ਪ੍ਰੋਬਲਮ ਕਾਫੀ ਜ਼ਿਆਦਾ ਹੈ ਜਾਂ ਫੋਲੋਅਪ 'ਚ ਉਹਨਾਂ ਨੂੰ ਅਰਜੈਂਟਲੀ ਦਵਾਈ ਦੀ ਲੋੜ ਹੈ, ਜਾਂ ਜਿਨ੍ਹਾਂ ਦੀ ਟਿਊਮਰ ਹੈ, ਜਾਂ ਜਿਨ੍ਹਾਂ ਦੀ ਸੱਟਾਂ ਲੱਗੀਆਂ ਹੋਈਆਂ, ਜਾਂ ਬ੍ਰੇਨ ਹੈਮਰੇਜ ਹੈ। ਐਮਰਜੈਂਸੀ ਵਾਲੇ ਪੇਸ਼ੈਂਟ ਜਾਂ ਰੂਟੀਨ ਦੇ ਪੇਸ਼ੈਂਟ ਜਿਨ੍ਹਾਂ ਦੀ ਦਵਾਈ ਦੀ ਜਿਹਨਾਂ ਨੂੰ ਜ਼ਰੂਰ ਬਹੁਤ ਜ਼ਿਆਦਾ ਲੋੜ ਹੈ, ਉਹੀ ਆ ਰਹੇ ਨੇ ਇਸ ਵੇਲੇ ਹਸਪੀਟਲ। ਅਤੇ ਸਰ, ਜੇਕਰ ਅਸੀਂ ਹੁਣ ਗੱਲ ਕਰੀਏ ਸਟਾਫ ਦੇ ਪੱਖੋਂ, ਅਤੇ ਸਟਾਫ ਕਿੰਨਾ ਕੁ ਕੋਆਪਰੇਟ ਕਰ ਰਿਹਾ, ਕਿਉਂਕਿ ਸੈਲਰੀਜ਼ ਓਨੀਆਂ ਹੀ ਦੇਣੀਆਂ ਪੈ ਰਹੀਆਂ ਨੇ, ਪਲੱਸ ਘਰਾਂ ਦੀ ਨੀਡ ਵੀ ਹੈ, ਪਲੱਸ ਬਹੁਤ ਸਾਰੀਆਂ ਫੈਮਿਲੀਜ਼ ਇੱਕ ਪ੍ਰਾਈਵੇਟ ਹਸਪੀਟਲ ਦੇ ਨਾਲ ਜੁੜੀਆਂ ਹੁੰਦੀਆਂ ਨੇ। ਅਤੇ ਇੱਕ ਸਟਾਫ, ਇੱਕ ਪ੍ਰਾਈਵੇਟ ਡਾਕਟਰ ਕਿਸ ਤਰੀਕੇ ਦੇ ਨਾਲ, ਕਿਹੜੇ ਇਮੋਸ਼ਨਲ ਸਟ੍ਰੈਸ 'ਚੋਂ ਗੁਜ਼ਰ ਰਿਹਾ, ਕਿਉਂਕਿ ਇਨਫੈਕਟਡ ਹੋਣ ਦਾ ਸਭ ਤੋਂ ਜ਼ਿਆਦਾ ਖਤਰਾ ਇਹਨਾਂ ਨੂੰ ਹੀ ਹੈ, ਫਰੰਟਲਾਈਨ ਵਾਰੀਅਰਸ ਨੂੰ ਹੀ ਹੈ। ਦੇਖੋ, ਬਿਲਕੁਲ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਇਹ ਬੜਾ ਔਖਾ ਸਮਾਂ ਹੈ, ਈਵਨ ਪੂਰੇ ਦੇਸ਼ ਵਾਸਤੇ ਇੱਕ ਔਖਾ ਸਮਾਂ ਹੈ, ਪਰ ਅਸੀਂ ਐਜ਼ ਏ ਫੈਮਿਲੀ ਹੀ ਕੰਮ ਕਰ ਰਹੇ ਹਾਂ। ਮੈਂ ਇਹ ਨਹੀਂ ਕਹਿੰਦਾ ਕਿ ਹਸਪੀਟਲ ਮੈਂ ਇਕੱਲਾ ਚਲਾਉਣਾ ਹੈ, ਸਾਡਾ ਪੂਰਾ ਯੂਨਿਟ ਹੈ। ਮਤਲਬ ਜੇ ਮੇਰਾ ਸਟਾਫ ਔਰ ਮੇਰਾ ਬਾਕੀ ਜਿਹੜੇ ਮੇਰੇ ਮੈਂਬਰਸ ਨੇ ਅਗਰ ਮੇਰਾ ਸਾਥ ਨਹੀਂ ਦੇਣਗੇ ਤਾਂ ਅਸੀਂ ਕੁਛ ਵੀ ਨਹੀਂ ਕਰ ਪਾਵਾਂਗੇ। ਇਸ ਕਰਕੇ ਮੈਂ ਉਹਨਾਂ ਦੀ ਦਿਲੋਂ ਇੱਕ ਰਿਸਪੈਕਟ ਕਰਦਾ ਹਾਂ ਕਿ ਉਹ ਹਾਲੇ ਵੀ ਸਾਡੇ ਨਾਲ ਪੂਰਾ ਕੋਆਪਰੇਟ ਕਰ ਰਹੇ ਨੇ, ਅਤੇ ਜਿਸ ਤਰ੍ਹਾਂ ਵੀ ਹੈ ਅਸੀਂ ਐਜ਼ ਏ ਫੈਮਿਲੀ ਹੀ ਪੂਰਾ ਕਰ ਰਹੇ ਹਾਂ। ਔਰ ਅਸੀਂ ਉਹਨਾਂ ਦਾ ਆਰਥਿਕ ਪੱਖੋਂ ਜੋ ਵੀ ਬੈਸਟ ਪੋਸੀਬਲ ਅਸੀਂ ਕਰ ਰਹੇ ਹਾਂ। ਇੱਕ ਫਾਈਨੈਂਸ਼ੀਅਲ ਬਰਡਨ ਜ਼ਰੂਰ ਹੈ ਸਾਡੇ 'ਤੇ, ਬਟ ਇਹ ਅਸੀਂ ਇਹੀ ਸੋਚ ਕੇ ਚੱਲ ਰਹੇ ਹਾਂ ਕਿ ਇੱਕ ਟੈਂਪਰੇਰੀ ਫੇਜ਼ ਹੈ। ਕਦੀ ਵੀ ਜਿੱਦਾਂ ਕੋਈ ਕਿਸੇ ਵੀ ਫੈਮਿਲੀ ਮੈਂਬਰ ਨੂੰ ਕਦੀ ਵੀ ਔਖ ਆਉਂਦੀ ਹੈ ਤਾਂ ਅਸੀਂ ਮਿਲ ਜੁਲ ਕੇ ਹੀ ਉਹਦਾ ਆਪਾਂ ਇੱਕ ਸਾਥ ਕਰਦੇ ਹਾਂ, ਮਤਲਬ ਉਹਦਾ ਸੋਲਿਊਸ਼ਨ ਕੱਢਦੇ ਹਾਂ। ਇਹੀ ਸੋਚ ਕੇ ਅਸੀਂ ਇੱਕ ਦੂਸਰੇ ਨੂੰ ਕੋਆਪਰੇਟ ਕਰਕੇ ਇਹਨੂੰ ਆਪਾਂ ਹੱਲ ਕਰਨ ਦੀ ਕੋਸ਼ਿਸ਼ ਕਰਦੇ ਪਏ ਹਾਂ। ਔਰ ਆਰਥਿਕ ਤੌਰ 'ਤੇ ਜੋ ਅਸੀਂ ਪੋਸੀਬਲ ਅਸੀਂ ਜ਼ਰੂਰ ਕਰ ਰਹੇ ਹਾਂਗੇ ਸਟਾਫ ਵਾਸਤੇ। ਅਤੇ ਸਰ, ਜੇਕਰ ਹੁਣ ਅਸੀਂ ਗੱਲ ਕਰੀਏ ਕਿ ਗਵਰਨਮੈਂਟ ਵੱਲੋਂ ਕੁਛ ਹਿਦਾਇਤਾਂ ਦਿੱਤੀਆਂ ਗਈਆਂ ਸੀਗੀਆਂ, ਉਹ ਕਿੰਨੀਆਂ ਕੁ ਹੁਣ ਤੱਕ ਕਾਮਯਾਬ ਹੋਈਆਂ ਨੇ ਅਤੇ ਕਿੰਨੀਆਂ ਕੁ ਨਾਕਾਮਯਾਬ ਰਹੀਆਂ ਨੇ? ਦੇਖੋ, ਜਿੱਥੋਂ ਤੱਕ ਲੋਕਡਾਊਨ ਦਾ ਸਵਾਲ ਹੈ, ਮੇਰੇ ਹਿਸਾਬ ਨਾਲ ਲੋਕਡਾਊਨ ਇੱਕ ਬੜਾ ਅੱਛਾ ਡਿਸੀਜਨ ਸੀਗਾ ਆਪਣੇ ਸੈਂਟਰਲ ਗੌਰਮੈਂਟ ਦਾ ਅਤੇ ਸਟੇਟ ਗੌਰਮੈਂਟ ਦਾ। ਸਟੇਟ ਗੌਰਮੈਂਟ ਔਰ ਸੈਂਟਰਲ ਗੌਰਮੈਂਟ ਨੇ ਇੱਕ ਮਤਲਬ ਪੇਸ਼ੈਂਟਸ ਨੂੰ ਹਸਪੀਟਲ 'ਚ ਓਵਰਬਰਡਨ ਹੋਣ ਤੋਂ ਬਚਾਇਆ ਲੋਕਡਾਊਨ ਹੋਣ ਨਾਲ। ਅਗਰ ਲੋਕਡਾਊਨ ਨਾ ਹੁੰਦਾ ਤਾਂ ਇੱਕ ਤਰ੍ਹਾਂ ਨਾਲ ਸਾਡੀ ਹੈਲਥ ਸਿਸਟਮ ਇੰਨਾ ਕੈਪੇਬਲ ਨਹੀਂ ਹੈ ਕਿ ਅਸੀਂ ਇੰਨਾ ਰਸ਼ ਸੰਭਾਲ ਸਕਦੇ। ਅਤੇ ਜੋ ਇਟਲੀ 'ਚ ਹਾਲ ਹੋਇਆ ਕਿ ਲੋਕ ਸੜਕਾਂ 'ਤੇ ਵੈਂਟੀਲੇਟਰ ਲਗਾ ਕੇ ਪਏ ਹੋਏ ਹਨ, ਅਗਰ ਉਹ ਹਾਲ ਇੰਡੀਆ 'ਚ ਹੋ ਜਾਂਦਾ ਤਾਂ ਸਾਡੇ ਵਾਸਤੇ ਉਹ ਵਾਲੀ ਦੁਰਦਸ਼ਾ ਦੇਖਣਾ ਬਹੁਤ ਹੀ ਮੁਸ਼ਕਿਲ ਹੋਣਾ ਸੀਗਾ। ਕਿਉਂਕਿ ਸਾਨੂੰ ਵੀ ਪਤਾ ਹੈ ਕਿ ਸਾਡਾ ਹੈਲਥ ਸਿਸਟਮ ਕਿੰਨਾ ਕੁ ਕੈਪੇਬਲ ਹੈ ਪੇਸ਼ੈਂਟਸ ਨੂੰ ਹੈਂਡਲ ਕਰਨ ਵਾਸਤੇ, ਅਤੇ ਅਕੋਰਡਿੰਗਲੀ ਕਾਫੀ ਅੱਛਾ ਡਿਸੀਜਨ ਲਿਆ ਗਿਆ ਹੈ ਲੋਕਡਾਊਨ ਦਾ। ਬਟ ਇਹਨੂੰ ਅੱਗੇ ਕਿਸ ਤਰ੍ਹਾਂ ਕੰਟੀਨਿਊ ਕਰਨਾ ਹੈ, ਔਰ ਜਿਸ ਤਰ੍ਹਾਂ ਅਸੀਂ ਸੋਚਿਆ ਕਿ ਜਿੱਦਾਂ ਗੌਰਮੈਂਟ ਨੇ ਸੋਚਿਆ ਕਿ ਫੇਜ਼ਿਸ ਵਿੱਚ ਖੋਲ੍ਹਣਾ ਹੈ, ਉਹ ਕਿਸ ਤਰ੍ਹਾਂ ਅੱਗੇ ਖੋਲ੍ਹਣਾ ਹੈ, ਉਹ ਚੀਜ਼ ਬਹੁਤ ਇੰਪੋਰਟੈਂਟ ਹੈ। ਤੁਸੀਂ 2 ਫੇਜ਼ ਤਾਂ ਕਵਰ ਕਰ ਲਏ ਹਨ ਲੋਕਡਾਊਨ ਨਾਲ, ਕਿ ਇੱਕ ਪਲੈਟਿਊ ਨੂੰ ਤੁਸੀਂ ਕਰਵ ਨੂੰ ਫਲੈਟਨ ਕਰ ਦਿੱਤਾ ਹੈ, ਦੂਸਰਾ ਕਿ ਬਿਮਾਰੀ ਨੂੰ ਇੱਕਦਮ ਨਹੀਂ ਸਮਾਜ ਵਿੱਚ ਆਉਣ ਦਿੱਤਾ ਹੈ। ਪਰ ਅੱਗੇ ਇਹਨੂੰ ਕਿ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ, ਅਗਲੇ 1 ਮਹੀਨਾ ਕਾਫੀ ਇੰਪੋਰਟੈਂਟ ਹੈ ਹਮਾਰੇ ਪੰਜਾਬ ਸਟੇਟ ਵਾਸਤੇ। ਉਹਦੇ ਵਾਸਤੇ ਇਹ ਜ਼ਰੂਰੀ ਹੈ ਕਿ ਇਹਨੂੰ ਫੇਜ਼ਿਸ ਵਿੱਚ ਖੋਲ੍ਹਿਆ ਜਾਵੇ ਲੋਕਡਾਊਨ ਨੂੰ। ਉੱਥੇ ਵੀ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨ, ਅਤੇ ਜਿੱਦਾਂ ਕੰਟਰੀ ਡੈਨਮਾਰਕ ਹੈ,
ਜਿਨ੍ਹਾਂ ਨੇ ਕਿ ਲੋਕਡਾਊਨ ਕੀਤਾ ਹੀ ਨਹੀਂ, ਉਹਨਾਂ ਤੋਂ ਥੋੜ੍ਹੀ ਜਿਹੀ ਸਿੱਖਿਆ ਲੈ ਕੇ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ ਕੰਟਰੋਲ ਕੀਤਾ ਹੈ, ਆਪਾਂ ਉਹ ਚੀਜ਼ਾਂ ਇੱਥੇ ਇੰਪਲੀਮੈਂਟ ਕਰ ਸਕਦੇ ਹਾਂ। ਉਹਦੇ ਵਿੱਚ ਜ਼ਰੂਰੀ ਹੈ ਕਿ ਆਪਾਂ ਲੋਕਾਂ ਨੂੰ ਸਿਖਾਈਏ, ਉਹਨਾਂ ਨੂੰ ਦੱਸੀਏ ਕਿ ਕੀ ਕੀ ਚੀਜ਼ਾਂ ਇੰਪੋਰਟੈਂਟ ਹੈ ਔਰ ਕੀ ਕੀ ਚੀਜ਼ਾਂ ਉਹਨਾਂ ਵਾਸਤੇ ਨੁਕਸਾਨਦਾਇਕ ਨੇ। ਤੇ ਸਰ ਜੇਕਰ ਹੁਣ ਅਸੀਂ ਗੱਲ ਕਰੀਏ, ਤੁਸੀਂ ਇੱਕ ਨਿਊਰੋ ਸਰਜਨ ਹੋ, ਇਸ ਵੇਲੇ ਕਿਹੜੀਆਂ ਸਰਜਰੀਜ਼ ਤੁਸੀਂ ਸਿਲੈਕਟ ਕਰ ਰਹੇ ਹੋ ਜਾਂ ਸਰਜਰੀਜ਼ ਕਿਹਨਾਂ ਨੂੰ ਫੈਸਿਲਿਟੀ ਦੇ ਰਹੇ ਹੋ, ਤੇ ਕਿਹਨਾਂ ਨੂੰ ਤੁਸੀਂ ਇਸ ਵੇਲੇ ਅਵੋਇਡ ਕਰ ਰਹੇ ਹੋ ਜਾਂ ਕਿਹਨਾਂ ਨੂੰ ਤੁਸੀਂ ਇਹ ਕਹਿ ਰਹੇ ਹੋ ਕਿ ਹਾਲੇ ਇਸ ਦੀ ਜ਼ਰੂਰਤ ਨਹੀਂ ਹੈ? ਦੇਖੋ, ਜਿਹੜੀਆਂ ਕਾਫੀ ਜਿਨ੍ਹਾਂ ਨਾਲ ਕਿ ਇਮੀਡੀਏਟ ਜਾਨ ਨੂੰ ਖਤਰਾ ਹੁੰਦਾ ਹੈ, ਜਿਸ ਤਰ੍ਹਾਂ ਕਿ ਦਿਮਾਗ ਦੀ ਨਸ ਫਟ ਗਈ ਜਾਂ ਬ੍ਰੇਨ 'ਚ ਟਿਊਮਰ ਹੈ ਜਾਂ ਕੋਈ ਕਲੌਟ ਬਣ ਗਿਆ ਹੈ ਜਾਂ ਨਸਾਂ ਨੂੰ ਇੱਕਦਮ ਹੀ ਪ੍ਰੋਬਲਮ ਆ ਗਈ ਹੈ ਜਾਂ ਸਿਰ ਦੀ ਸੱਟ ਹੈ, ਇਹਨਾਂ ਚੀਜ਼ਾਂ ਨੂੰ ਅਸੀਂ ਡਿਲੇ ਨਹੀਂ ਕਰ ਸਕਦੇ। ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਤੁਸੀਂ ਅਗਲੇ ਦਿਨ ਕਰਾਓ, ਕਿਉਂਕਿ ਇਹ ਚੀਜ਼ਾਂ ਔਨ ਦੀ ਸਪੌਟ ਹੀ ਕਰਨ ਦੀ ਜ਼ਰੂਰਤ ਹੁੰਦੀ ਹੈ। ਬਾਕੀ ਜਿਹੜੀਆਂ ਇਲੈਕਟਿਵ ਚੀਜ਼ਾਂ ਹੁੰਦੀਆਂ ਜਿੱਦਾਂ ਡਿਸਕ ਦੀ ਪ੍ਰੋਬਲਮ ਹੈ ਜਾਂ ਕੁਝ ਹੋਰ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਜਿਹਦੇ 'ਚ ਅਸੀਂ ਸੋਚ ਸਕਦੇ ਹਾਂ ਕਿ ਪੇਸ਼ੈਂਟ ਨੂੰ 1 ਮਹੀਨਾ ਵੇਟ ਕਰ ਸਕਦਾ ਹੈ, ਉਹਨਾਂ ਨੂੰ ਅਸੀਂ ਇਹੀ ਐਡਵਾਈਸ ਕਰ ਰਹੇ ਹਾਂ ਕਿ ਤੁਸੀਂ ਇਹਨਾਂ ਨੂੰ ਥੋੜ੍ਹਾ ਵੇਟ ਕਰਕੇ ਕਰਾਓ। ਅਸੀਂ ਪੇਸ਼ੈਂਟ ਦੀ ਵੀ ਸੇਫਟੀ ਦੇਖ ਰਹੇ ਹਾਂ ਔਰ ਇਹ ਵੀ ਦੇਖ ਰਹੇ ਹਾਂ ਕਿ ਜਿੱਥੇ ਅਰਜੈਂਟ ਲੋੜ ਹੈ ਜਾਂ ਐਮਰਜੈਂਸੀ ਹੈ ਉਹਨੂੰ ਡਿਲੇ ਨਾ ਵੀ ਕਰੀਏ, ਦੋਨੋਂ ਚੀਜ਼ਾਂ ਦੇਖ ਰਹੇ ਹਾਂ। ਤੇ ਸਰ ਲੋਕ ਜੇਕਰ ਅਸੀਂ ਦੇਖੀਏ ਤਾਂ ਕਾਫੀ ਲੋਕ ਪੰਜਾਬ ਦੇ ਵਿੱਚ ਵੀ ਨਾਨ ਸੀਰੀਅਸ ਜ਼ਰੂਰ ਚੱਲ ਰਹੇ ਨੇ, ਉਹਨਾਂ ਲਈ ਇੱਕ ਨਿਊਰੋ ਦੇ ਜਾਂ ਇੱਕ ਬ੍ਰੇਨ ਦੇ ਜੇਕਰ ਪੇਸ਼ੈਂਟ ਨੂੰ ਦੇਖਿਆ ਜਾਵੇ, ਇੱਕ ਕਿੰਨਾ ਕੁ ਵੱਡਾ ਸੰਕਟ ਹੈ ਉਹਦੇ ਲਈ, ਕਿੰਨੀ ਕੁ ਸੀਰੀਅਸਨੈਸ ਹੈ ਉਸ ਚੀਜ਼ ਲਈ, ਜਿਹਦੇ ਬਾਰੇ ਉਹਨਾਂ ਨੂੰ ਥੋੜ੍ਹਾ ਅਵੇਅਰ ਵੀ ਹੋਣਾ ਚਾਹੀਦਾ ਅਤੇ ਸੀਰੀਅਸ ਵੀ ਹੋਣਾ ਚਾਹੀਦਾ ਉਸ ਦੇ ਪ੍ਰਤੀ। ਕਰੋਨਾ ਵਾਇਰਸ ਕਿੰਨਾ ਕੁ ਸੀਰੀਅਸ ਹੈ ਐਸੇ ਪੇਸ਼ੈਂਟਸ ਦੇ ਲਈ? ਦੇਖੋ, ਕਰੋਨਾ ਵਾਇਰਸ ਐਜ਼ ਸੱਚ ਜੇ ਆਪਾਂ ਮੋਰਟੈਲਿਟੀ ਰੇਟ ਦੇਖੀਏ ਤਾਂ ਵਰਲਡ ਓਵਰ ਜੋ ਫਿਗਰਸ ਨੇ 6.6% ਮੰਨਿਆ ਜਾ ਰਿਹਾ ਹੈ ਕਿ 100 ਚੋਂ 6 ਮਰੀਜ਼ ਹੀ ਇੱਦਾਂ ਦੇ ਹੋਣਗੇ ਜਿਨ੍ਹਾਂ ਨੂੰ ਇਹ ਕਾਫੀ ਜ਼ਿਆਦਾ ਫਰਕ ਪਏਗਾ। 94 ਮਰੀਜ਼ ਇੱਦਾਂ ਦੇ ਹੋਣਗੇ ਜਿਨ੍ਹਾਂ ਨੂੰ ਮਤਲਬ ਚੱਲਦੇ ਫਿਰਦੇ ਰਹਿਣਗੇ, ਕੋਈ ਪ੍ਰੋਬਲਮ ਨਹੀਂ ਆਏਗੀ। ਬਟ ਉਹ 6 ਮਰੀਜ਼ ਕਿਹੜੇ ਹੋਣਗੇ 100 'ਚ ਜਿਨ੍ਹਾਂ ਨੂੰ ਪ੍ਰੋਬਲਮ ਜ਼ਿਆਦਾ ਹੋਏਗੀ, ਨੋਬਡੀ ਕੈਨ ਸੇ। ਸੋ ਇਸ ਕਰਕੇ ਆਪਾਂ ਨੂੰ ਪ੍ਰੀਕਾਸ਼ਨਸ ਲੈਣੀ ਕਾਫੀ ਜ਼ਰੂਰੀ ਨੇ, ਸਪੈਸ਼ਲੀ ਜਿਹੜੇ ਡਾਇਬਟਿਕ ਨੇ, ਓਲਡ ਏਜ ਪੇਸ਼ੈਂਟ ਨੇ, ਜਿਨ੍ਹਾਂ ਦੇ ਇਮਿਊਨਿਟੀ ਕੰਪਰੋਮਾਈਜ਼ਡ ਹੈ ਜਾਂ ਜਿਨ੍ਹਾਂ ਦਾ ਡਾਇਲਿਸਿਸ ਹੋ ਰਿਹਾ ਹੈ, ਉਹਨਾਂ ਨੂੰ ਇਸ ਟਾਈਮ 'ਤੇ ਕਾਫੀ ਖਤਰਾ ਹੈ। ਔਰ ਸਾਡੇ ਹਰ ਇਨਸਾਨ ਦੇ ਘਰ ਵਿੱਚ ਕੋਈ ਨਾ ਕੋਈ ਇੱਦਾਂ ਦਾ ਮੈਂਬਰ ਹੋਏਗਾ ਜਿਹੜਾ ਕਿ ਓਲਡ ਏਜ ਦਾ ਹੋਏਗਾ ਜਾਂ ਜਿਨ੍ਹਾਂ ਨੂੰ ਡਾਇਬਟੀਜ਼ ਜਾਂ ਕੁਝ ਇਮਿਊਨਿਟੀ ਦੀ ਪ੍ਰੋਬਲਮ ਹੋਏਗੀ। ਉਹਨਾਂ ਦਾ ਬਚਾਅ ਰੱਖਣ ਵਾਸਤੇ ਜ਼ਰੂਰੀ ਹੈ ਕਿ ਅਸੀਂ ਸਾਰੇ ਬਚਾਅ ਰੱਖੀਏ। ਜ਼ਿਆਦਾਤਰ ਲੋਕ ਏਸਿਮਟੋਮੈਟਿਕ ਘੁੰਮ ਰਹੇ ਨੇ, ਉਹਨਾਂ 'ਚ ਵੀ ਕਈ ਲੋਕ ਇੱਦਾਂ ਨੇ ਕਿ ਜਿਨ੍ਹਾਂ 'ਚ ਕਰੋਨਾ ਵਾਇਰਸ ਹੋਏਗਾ, ਮਤਲਬ ਇਹ 'ਚ ਕੋਈ ਸ਼ੱਕ ਨਹੀਂ ਹੈ। ਇਸ ਕਰਕੇ ਅਸੀਂ ਮੰਨ ਕੇ ਚੱਲ ਰਹੇ ਹਾਂ ਕਿ ਹਰ ਜੋ ਇਨਸਾਨ ਹੈ ਉਹ 'ਚ ਹੋ ਸਕਦਾ ਉਹ ਪੋਜ਼ੀਟਿਵ ਹੋਵੇ ਜਾਂ ਨੈਗੇਟਿਵ ਹੋਵੇ। ਆਪਾਂ ਨੂੰ ਪ੍ਰੀਕਾਸ਼ਨਸ ਲੈਣੀਆਂ ਇਸ ਕਰਕੇ ਕਾਫੀ ਜ਼ਰੂਰੀ ਹੈ ਇਸ ਟਾਈਮ 'ਤੇ। ਇਹ ਕਾਫੀ ਜ਼ਰੂਰੀ ਹੈ ਕਿ ਆਪਾਂ ਆਪਣੇ ਵੱਲੋਂ ਪ੍ਰੋਪਰ ਆਪਾਂ ਸੇਫਟੀ ਰੱਖੀਏ, ਸੋਸ਼ਲ ਡਿਸਟੈਂਸਿੰਗ ਰੱਖੀਏ, ਹੈਂਡ ਵਾਸ਼ ਕਰਦੇ ਰਹੀਏ ਤਾਂ ਕਿ ਆਪਾਂ ਇਹਦਾ ਸਪਰੈਡ ਰੋਕ ਸਕੀਏ ਇੱਕ ਤਰ੍ਹਾਂ ਨਾਲ। ਮਤਲਬ ਕਿ ਕੋਈ ਵੀ ਪੇਸ਼ੈਂਟ ਜਿਹੜਾ ਹੈ, ਭਾਵੇਂ ਉਹ ਨਿਊਰੋ ਦਾ ਹੈ, ਭਾਵੇਂ ਉਹ ਹਾਰਟ ਦਾ ਹੈ, ਭਾਵੇਂ ਉਹ ਨਾਰਮਲ ਬੰਦਾ ਹੈ, ਉਹ ਇਸ ਦਾ ਖਤਰਾ ਮੰਨ ਕੇ ਚੱਲੇ, ਇਹ ਸੀਰੀਅਸ ਬਿਮਾਰੀ ਹੈ। ਤੇ ਜੇਕਰ ਹੁਣ ਆਪਾਂ ਗੱਲ ਕਰੀਏ ਸਰ, ਮੈਂ ਇੰਟਰਵਿਊ ਦਾ ਆਖਰੀ ਕੁਐਸਚਨ ਇਹੀ ਪੁੱਛਣਾ ਚਾਹੂੰਗਾ ਤੁਹਾਨੂੰ ਕਿ ਸਰਕਾਰ ਨੇ ਹੁਣ ਤੱਕ ਕਿਹੜੇ ਐਸੇ ਸਟੈਪਸ ਨਹੀਂ ਚੱਕੇ ਜਿਹੜੇ ਚੱਕੇ ਜਾਣੇ ਚਾਹੀਦੇ ਸੀ, ਜਾਂ ਕਿਹੜੀਆਂ ਐਸੀਆਂ ਰਿਬੇਟਸ ਨੇ ਜਿਹੜੀਆਂ ਸਰਕਾਰ ਵੱਲੋਂ ਦੇਣੀਆਂ ਚਾਹੀਦੀਆਂ ਨੇ ਪ੍ਰਾਈਵੇਟ ਹੈਲਥ ਸੈਕਟਰ ਨੂੰ? ਦੇਖੋ, ਇਸ ਵਿੱਚ ਸਰਕਾਰ ਨੇ ਬਿਮਾਰੀ ਨੂੰ ਕੰਟਰੋਲ ਕਰਨ ਵਾਸਤੇ ਜੋ ਪੋਸੀਬਲ ਸੀ ਕੀਤਾ ਹੈ, ਬਟ ਆਈ ਥਿੰਕ ਇਕਨੋਮਿਕ ਆਸਪੈਕਟ ਪੂਰੀ ਤਰ੍ਹਾਂ ਕਵਰ ਨਹੀਂ ਹੋ ਪਾਇਆ ਹੈ। ਅਗਰ ਅਸੀਂ ਇਹਨੂੰ ਆਪਣੇ ਖਰਚੇ 'ਤੇ ਚਲਾ ਰਹੇ ਹਾਂ ਤਾਂ ਜ਼ਿਆਦਾਤਰ ਹੌਸਪੀਟਲਸ ਦਾ ਬਿਜ਼ਨਸ ਨੂੰ ਵੀ ਫਰਕ ਪਿਆ ਹੈ, ਅਤੇ ਉਹਨੂੰ ਇੱਕ ਤਰ੍ਹਾਂ ਨਾਲ ਇਕਨੋਮਿਕ ਅਪਲਿਫਟਿੰਗ ਵਾਸਤੇ ਸਰਕਾਰ ਦੀ ਮਦਦ ਦੀ ਸਾਨੂੰ ਵੀ ਲੋੜ ਪਏਗੀ। ਬਿਕੋਜ਼ ਕੋਈ ਵੀ ਇੰਡਸਟਰੀ ਜਾਂ ਹੌਸਪੀਟਲ ਇੰਡਸਟਰੀ ਇਸ ਤਰ੍ਹਾਂ ਆਪਣੇ ਆਪ 'ਤੇ ਜਦ ਤੱਕ ਅੱਗੇ ਉਹਨਾਂ ਨੇ ਜਿਸ ਤਰ੍ਹਾਂ ਕਿ ਕਾਫੀ ਲੋਕਾਂ ਦੀ ਵੀ ਅੱਗੇ ਸੈਲਰੀਜ਼ ਦੇਣੀਆਂ ਹੈ ਔਰ ਮੇਨਟੇਨੈਂਸ ਵੀ ਕਰਨੀ ਹੈ, ਅਤੇ ਉਹਨਾਂ ਨੂੰ ਗਵਰਨਮੈਂਟ ਦੀ ਹੈਲਪ ਦੀ ਲੋੜ ਪਏਗੀ ਇਨ ਦਾ ਸੈਂਸ ਕਿ ਲੋਨ ਐਟ ਵੈਰੀ ਲੈਸ ਰੇਟ, ਜਾਂ ਜੋ ਉਹਨਾਂ ਦੀ ਪੇਮੈਂਟਸ ECHS ਦੀਆਂ ਜਾਂ ESA ਦੀਆਂ ਜਿਹੜੀਆਂ ਕਿ ਸਟਾਕ-ਅਪ ਨੇ ਉਹਨਾਂ ਨੂੰ ਜਲਦੀ ਰਿਲੀਜ਼ ਕਰਨ, ਅਤੇ ਹੋਰ ਵੀ ਇਸ ਤਰ੍ਹਾਂ ਦੇ ਪੈਕੇਜਸ ਅਗਰ ਹੌਸਪੀਟਲ ਨੂੰ ਦੇਣ ਤਾਂ ਕਿ ਹੌਸਪੀਟਲਸ ਸੈਲਫ ਸਫੀਸ਼ੀਐਂਟ ਰਹਿਣ ਅਤੇ ਆਪਣਾ ਅਤੇ ਪੇਸ਼ੈਂਟਸ ਦਾ ਪੂਰਾ ਕੰਮ ਪੂਰੀ ਤਰ੍ਹਾਂ ਕਰ ਸਕਣ। ਦੈਟ ਇਜ਼ ਵੈਰੀ ਇੰਪੋਰਟੈਂਟ। ਅਤੇ ਸਰ ਇੱਕ ਬੜੀ ਇੰਪੋਰਟੈਂਟ ਚੀਜ਼ ਜ਼ਰੂਰ ਪੁੱਛਣਾ ਚਾਹੂੰਗਾ ਤੁਹਾਡੇ ਤੋਂ ਕਿ ਲੋਕਾਂ ਦੇ ਵਿੱਚ ਜਿਹੜੀ ਸੀਰੀਅਸਨੈਸ ਹੈ ਉਸ ਨੂੰ ਕਿਸ ਤਰੀਕੇ ਦੇ ਨਾਲ ਵਧਾਇਆ ਜਾਏਗਾ, ਅਤੇ ਜੇਕਰ ਅਸੀਂ ਗੱਲ ਕਰੀਏ ਹੁਣ ਰਿਬੇਟ ਦੀ, ਅਤੇ ਉਹ ਕਿਹੜੀਆਂ ਲੋਕਾਂ ਨੂੰ ਆਪਣੇ ਤੌਰ 'ਤੇ ਅੱਗੇ ਆ ਕੇ ਲੈਣੇ ਚਾਹੀਦੇ ਵੀ ਲੋਕ ਇਸ ਚੀਜ਼ ਨੂੰ ਛੱਡ ਵੀ ਸਕਦੇ ਨੇ, ਇਸ ਤੋਂ ਬਿਨਾਂ ਵੀ ਗੁਜ਼ਾਰਾ ਹੋ ਸਕਦਾ ਹੈ? ਦੇਖੋ, ਜਿਸ ਤਰ੍ਹਾਂ ਕੋਈ ਅਨਨੈਸੈਸਰੀ ਮੂਵਮੈਂਟ ਹੈ ਘਰ 'ਚੋਂ ਜਿੰਨੀਆਂ ਅਵੋਇਡ ਕਰ ਸਕਦੇ ਉਹ ਕਰਨ। ਮਤਲਬ ਆਪਾਂ ਦੇਖਦੇ ਹਾਂ ਕਿ ਲੋਕ ਸੜਕਾਂ 'ਤੇ ਬੈਠ ਕੇ ਤਾਸ਼ ਖੇਡ ਰਹੇ ਨੇ ਜਾਂ ਕੁਛ ਇਸ ਤਰ੍ਹਾਂ, ਮਤਲਬ ਅਨਨੈਸੈਸਰੀ ਇੱਕ ਦੂਸਰੇ ਨਾਲ ਮਿਕਸਿੰਗ ਕਰ ਰਹੇ ਨੇ। ਉਹ ਚੀਜ਼ਾਂ ਅਗਰ ਅਵੋਇਡ ਕਰ ਲੈਣ ਤਾਂ ਉਹਦੇ ਨਾਲ ਹੀ ਕਾਫੀ ਫਰਕ ਪੈ ਜਾਏਗਾ। ਬਾਕੀ ਆਪਣਾ ਸਫਾਈ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ।
ਅਗਰ ਸੈਕੰਡ ਥਿੰਗ ਜੋ ਜ਼ਿਆਦਾ ਜ਼ਰੂਰੀ ਹੈ, ਅਗਰ ਕਿਸੇ ਨੂੰ ਪਤਾ ਹੈ ਕਿ ਉਹ ਕਿਸੇ ਪੋਜ਼ਿਟਿਵ ਪੇਸ਼ੈਂਟ ਦੇ ਕੰਟੈਕਟ 'ਚ ਆਇਆ ਹੈ ਤਾਂ ਆਪਣੇ ਆਪ ਵੋਲੰਟੀਅਰ ਕਰਕੇ ਸਾਹਮਣੇ ਆਉਣ। ਆਪਣੀ ਸਮਾਜ ਵਿੱਚ ਇੱਕ ਸਟਿਗਮਾ ਹੋ ਚੁੱਕਾ ਹੈ ਕਿ ਇਸ ਇਨਸਾਨ ਨੂੰ ਕਰੋਨਾ ਹੋ ਗਿਆ ਤੇ ਇਹਨੂੰ ਅਛੂਤ ਟਾਈਪ ਟਰੀਟ ਕੀਤਾ ਜਾ ਰਿਹਾ, ਉਹਨੂੰ ਤੇ ਉਹਦੀ ਫੈਮਿਲੀ ਨੂੰ। ਇਹ ਚੀਜ਼ ਆਪਾਂ ਨੂੰ ਪਹਿਲਾਂ ਦਿਮਾਗ 'ਚੋਂ ਕੱਢਣੀ ਪਏਗੀ। ਉਹਨੂੰ ਆਪਾਂ ਪਰਿਵਾਰ ਦਾ ਜਾਂ ਸਮਾਜ ਦਾ ਹਿੱਸਾ ਮੰਨ ਕੇ ਹੀ ਆਪਾਂ ਅਗਰ ਚੱਲਾਂਗੇ ਤਾਂ ਹੀ ਇਹਦਾ ਹੱਲ ਕੱਢ ਪਾਵਾਂਗੇ। ਈਵਨ ਕਈ ਸਟੇਟਸ ਵਿੱਚ ਡਾਕਟਰਾਂ ਨਾਲ, ਹੈਲਥ ਕੇਅਰ ਵਰਕਰਸ ਨਾਲ ਕਾਫੀ ਵਿਤਕਰਾ ਕੀਤਾ ਗਿਆ ਕਿ ਜੇ ਹਸਪੀਟਲ 'ਚ ਆ ਰਹੇ, ਹਸਪੀਟਲ 'ਚ ਕੰਮ ਕਰ ਰਹੇ ਨੇ ਤੇ ਅਸੀਂ ਇਹਨਾਂ ਨੂੰ ਕਲੋਨੀ 'ਚ ਐਂਟਰ ਨਹੀਂ ਕਰਨ ਦੇਣਾ। ਇੱਦਾਂ ਦਾ ਐਟੀਟਿਊਡ ਸੋਸਾਇਟੀ ਦਾ ਖ਼ਤਮ ਕਰਨਾ ਪਏਗਾ। ਅਸੀਂ ਤੇ ਪੁਲਿਸ ਵਾਲੇ, ਮੈਂ ਕਹਾਂਗਾ, ਅਸੀਂ ਵੀ ਆਰ ਫਰੰਟ ਲਾਈਨ ਵਰਕਰਸ। ਅਗਰ ਤੁਸੀਂ ਸਾਡੇ ਨਾਲ ਕੋਆਪਰੇਟ ਨਹੀਂ ਕਰੋਗੇ ਤਾਂ ਸਾਡੇ ਵਾਸਤੇ ਵੀ ਮੁਸ਼ਕਿਲ ਹੈ ਔਰ ਈਵਨ ਸੁਸਾਇਟੀ ਵਾਸਤੇ ਵੀ ਮੁਸ਼ਕਿਲ ਹੋਏਗਾ। ਈਵਨ ਸਾਡੇ ਵਾਸਤੇ ਵੀ ਹੈਜ਼ੀਟੇਸ਼ਨ ਹੋਏਗੀ ਕਿ ਅਸੀਂ ਇੱਦਾਂ ਦੇ ਪੇਸ਼ੈਂਟ ਨੂੰ ਕਰੀਏ ਜਾਂ ਨਾ ਕਰੀਏ। ਸੋ ਮਿਲ ਜੁਲ ਕੇ ਅਸੀਂ ਸਾਰਾ ਕੁਝ ਕਰ ਸਕਦੇ ਹਾਂ। ਇਕੱਲੇ ਅਸੀਂ ਵੀ ਕੁਝ ਨਹੀਂ ਕਰ ਪਾਵਾਂਗੇ, ਇਕੱਲੇ ਤੁਸੀਂ ਵੀ ਕੁਝ ਨਹੀਂ ਕਰ ਪਾਵੋਗੇ। ਸੋ ਇਟ ਇਜ਼ ਅ ਕੰਬਾਈਨਡ ਐਫਰਟ। ਤੁਸੀਂ ਬਹੁਤ ਚੰਗੀ ਗੱਲ ਕੀਤੀ ਕਿ ਇਟ ਇਜ਼ ਐਨ ਕੰਬਾਈਨਡ ਐਫਰਟ ਜਿਹੜਾ ਕਿ ਲੋਕਾਂ ਨੂੰ ਮਿਲ ਜੁਲ ਕੇ ਹੀ ਕਰਨਾ ਪੈਣਾ ਹੈ। ਤੇ ਸਰ ਇਸ ਦੌਰਾਨ ਜੇਕਰ ਅਸੀਂ ਗੱਲ ਕਰੀਏ ਕਿ ਕਿਸੇ ਵੀ ਪੇਸ਼ੈਂਟ ਦੀ ਜਾਂ ਨਾਰਮਲ ਬੰਦੇ ਦੀ ਜੋ ਕਿ ਇੱਕ ਨਾਰਮਲ ਕੋਈ ਕੰਮ ਕਰਦੇ ਸੀਗੇ, ਕੰਮਕਾਰ ਕਰ ਰਹੇ ਸੀ, ਉਹ ਸਾਰੇ ਇਸ ਵੇਲੇ ਠੱਪ ਹੋ ਚੁੱਕੇ ਆ, ਇਨਕਮ ਨਹੀਂ ਹੈ। ਉਸ ਇਨਕਮ ਕਰਕੇ ਪੇਸ਼ੈਂਟ ਇਹ ਸਫਰ ਜ਼ਰੂਰ ਕਰਦਾ ਹੈ ਕਿ ਕਈ ਵਾਰ ਉਸ ਨੂੰ ਜ਼ਰੂਰਤ ਹੁੰਦੀ ਹੈ ਇਲਾਜ ਦੀ ਪਰ ਉਸਦੇ ਕੋਲ ਪੈਸੇ ਨਹੀਂ ਹੁੰਦੇ। ਉਸ ਮਾਮਲੇ ਦੇ ਵਿੱਚ ਪ੍ਰਾਈਵੇਟ ਹਸਪੀਟਲਸ ਜਾਂ ਤੁਸੀਂ ਲੋਕ ਕਿਸ ਤਰੀਕੇ ਦੇ ਨਾਲ ਹੈਲਪ ਕਰ ਰਹੇ ਹੋ ਲੋਕਾਂ ਨੂੰ? ਦੇਖੋ, ਇਹ ਕਾਫੀ ਇੰਪੋਰਟੈਂਟ ਐਸਪੈਕਟ ਹੈ। ਸੋਸ਼ਲੀ ਸਾਰਾ ਸਮਾਜ ਇਸ ਟਾਈਮ ਡਿਸਟਰਬ ਹੋ ਚੁੱਕਾ ਹੈ। ਮਤਲਬ ਮੈਂ ਪਰਸਨਲ ਤੁਹਾਨੂੰ ਦੱਸ ਰਿਹਾ ਕਿ ਇੱਕ ਪੇਸ਼ੈਂਟ ਸੀਗਾ ਮੇਰਾ, ਫੋਲੋਅਪ 'ਤੇ ਆਇਆ, ਕਹਿੰਦਾ ਮੇਰੇ ਕੋਲ ਈਵਨ ਮੈਡੀਸਿਨ ਲੈਣ ਦੇ ਪੈਸੇ ਨਹੀਂ ਹੈਗੇ ਬਿਕੋਜ਼ ਫੇਰ ਹੀ ਨਹੀਂ ਲਾ ਪਾ ਰਿਹਾ ਸੀ ਉਹ। ਅਤੇ 15 ਦਿਨ ਦੀ ਮੈਡੀਸਿਨ ਮੈਂ ਆਪ ਹੀ ਦਿੱਤੀ ਉਹਨੇ। ਮੈਂ ਕਿਹਾ ਠੀਕ ਹੈ, ਜਦੋਂ ਤੇਰਾ ਕੁਝ ਹੋਏਗਾ ਸਿਸਟਮ ਤਾਂ ਕਰ ਜੇ। ਕੋਆਪਰੇਸ਼ਨ ਦੇ ਨਾਲ ਹੀ ਹੋ ਪਾਏਗਾ। ਈਵਨ NGOs ਵੀ ਸਾਹਮਣੇ ਹੁਣ ਪ੍ਰੋਪਰਲੀ ਵੱਧ ਚੜ੍ਹ ਕੇ ਆਉਣ ਜੋ ਕਿ ਇਸ ਤਰ੍ਹਾਂ ਦੇ ਪੇਸ਼ੈਂਟਸ ਨਾਲ ਜਿੰਨਾ ਵੀ ਆਪਾਂ ਕਰ ਸਕਦੇ ਹਾਂ। ਹਸਪੀਟਲਸ ਨੂੰ ਵੀ ਆਪਣੇ ਵੱਲੋਂ ਜੋ ਵੀ ਹੈਲਪ ਕਰ ਸਕਦੀ ਕਰਨੀ ਚਾਹੀਦੀ ਹੈ। NGOs ਹਸਪੀਟਲ ਨਾਲ ਕੋਆਰਡੀਨੇਟ ਕਰ ਸਕਦੀਆਂ। ਅਗਰ ਇੱਦਾਂ ਦੇ ਪੇਸ਼ੈਂਟ ਨੇ ਤਾਂ ਹਸਪੀਟਲ ਨਾਲ ਗੱਲ ਕਰਕੇ ਦੇ ਕੈਨ ਹੈਲਪ ਦੈਮ ਆਊਟ। ਈਵਨ ਜੋ ਵਲੰਟਰੀ ਹੋਰ ਵੀ ਆਰਗੇਨਾਈਜੇਸ਼ਨਸ ਹੈ ਉਹ ਸਾਹਮਣੇ, ਅਤੇ ਹਸਪੀਟਲਸ ਵੀ ਆਪਣੇ ਵੱਲੋਂ ਜੋ ਵੀ ਮੈਕਸਿਮਮ ਡਿਸਕਾਊਂਟ ਵਗੈਰਾ ਕਰਕੇ ਅਗਰ ਇਹਨੂੰ ਕਰ ਸਕਦੇ ਆ ਤਾਂ ਹੋ ਸਕਦਾ ਹੈ। ਇੱਦਾਂ ਹੀ ਹੈ ਕਿ ਨਹੀਂ ਹੋ ਸਕਦਾ। ਸੋ ਮਤਲਬ ਕਿ ਤੁਸੀਂ ਵੀ ਇਸ ਵੇਲੇ ਜਿਹੜੇ ਲੋਕ ਨੀਡੀ ਨੇ ਉਹਨਾਂ ਦੀ ਹੈਲਪ ਆਊਟ ਤੇ ਕਰ ਰਹੇ ਹੋ, ਪਰ ਜਿੱਥੇ ਕੁਝ ਲੋਕਾਂ ਕੋਲ ਪੈਸੇ ਹੀ ਨਹੀਂ ਹੈ ਉਹਨਾਂ ਨੂੰ ਇਲਾਜ ਵੀ ਪ੍ਰੋਵਾਈਡ ਕਰ ਰਹੇ ਹੋ ਉਸ ਦੇ ਬਾਵਜੂਦ। ਡੈਫੀਨੇਟਲੀ ਇਹਦੇ ਵਿੱਚ ਆਯੁਸ਼ਮਾਨ ਭਾਰਤ ਦੀ ਸਕੀਮ ਕਾਫੀ ਹੈਲਪ 'ਚ ਆ ਰਹੀ ਹੈ। ਉਹਨਾਂ 'ਚ ਜੋ ਵੀ ਪੇਸ਼ੈਂਟ ਪੋਸੀਬਲ ਹੈ ਜਾਂ ਭਾਈ ਕਨਈਆ ਸਕੀਮ 'ਚ ਹੈ, ਉਹ ਜਿੰਨਾ 'ਚ ਪੋਸੀਬਲ ਹੈ ਅਸੀਂ ਜ਼ਰੂਰ ਉਹਨਾਂ ਦੀ ਹੈਲਪ ਕਰਦੇ ਪਏ ਹਾਂ। ਤਾਂ ਉਹਦੇ ਵਿੱਚ ਅਸੀਂ ਕਰ ਰਹੇ ਹਾਂ ਉਹਨਾਂ ਦਾ ਇਲਾਜ। ਸੋ ਤੁਸੀਂ ਆਪਣੇ ਕੰਨੀ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਡਾਕਟਰ RPS ਛਾਬੜਾ ਜੀ ਜੋ ਕਿ ਨਿਊਰੋ ਸਰਜਨ ਨੇ, ਉਹਨਾਂ ਨੇ ਵੀ ਇਸ ਵੇਲੇ ਇਹੀ ਕਿਹਾ ਹੈ ਕਿ ਲੋਕ ਜਿਹੜੇ ਨੇ ਉਹ ਸਾਰੇ ਹੀ ਹਾਈ ਰਿਸਕ 'ਤੇ ਨੇ ਇਸ ਵੇਲੇ। ਜੇਕਰ ਉਹ ਕਿਸੇ ਵੀ ਕਰੋਨਾ ਪੋਜ਼ੀਟਿਵ ਨੂੰ ਮਿਲਦੇ ਨੇ ਜਾਂ ਕਿਸੇ ਦੇ ਐਸੇ ਸੰਪਰਕ ਦੇ ਵਿੱਚ ਆਉਂਦੇ ਨੇ, ਕਿਉਂਕਿ ਇਹ ਸਿੰਪਟੋਮੈਟਿਕ ਬਿਮਾਰੀ ਹੈ, ਇਸ ਦਾ ਸਿੰਪਟਮ ਨਹੀਂ ਆਉਂਦਾ ਹੈ ਜਿਸ ਕਾਰਨ ਕਿ ਕਿਸੇ ਨੂੰ ਵੀ ਹੋ ਸਕਦਾ ਹੈ। ਅਤੇ ਨਾਲੋਂ ਨਾਲ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਜਿਹੜੇ ਨੀਡੀ ਲੋਕ ਨੇ ਇਸ ਵੇਲੇ ਉਹਨਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ। ਇਲਾਜ ਦੇ ਵਿੱਚ ਕੋਈ ਰੈਗੂਲਰ ਜਿਹੜੀ OPD ਚੱਲ ਰਹੀ ਹੈ ਉਸ ਦੇ ਵਿੱਚ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ, ਅਤੇ ਜਿਨ੍ਹਾਂ ਲੋਕਾਂ ਨੂੰ ਪੈਸਿਆਂ ਦੀ ਕਮੀ ਆ ਰਹੀ ਹੈ ਉਹਨਾਂ ਦੀ ਵੀ ਮਦਦ ਕੀਤੀ ਜਾ ਰਹੀ ਹੈ। ਕੈਮਰਾਮੈਨ ਜਤਿਨ ਰਾਜਪੂਤ ਦੇ ਨਾਲ ਮਨਰਾਜਦੀਪ ਚੱਠਾ, ਜਲੰਧਰ।